हाइपर तो अजकल कॉमन टर्म है कि हर बंदा हाइपर होई फिरदा है, लाइफ स्टाइल ही ऐसे है। हाई ब्लड प्रेशर क्रोनिक बीमारी है, हौली हौली वधदा है और इहदे बहुत कारण हुंदे ने। 90 to 95% प्राइमरी या एसेंशियल हाइपरटेंशन हुंदा है, जिहड़ा कि जेनेटिक हुंदा है या जिसदे के कारण इंसान नूं पता नहीं हुंदे। कोई भी व्यक्ति किसी भी तरह का, चाहे मैं प्रोफैशनल हाँ, चाहे तुसी हो या कोई होर भी है, ਆਪਾਂ ਆਪਣੀ ਗੱਡੀ ਨੂੰ ਐਦਾਂ ਹੀ ਚਲਾਈ ਜਾਂਦੇ ਰੱਬ ਦੇ ਸਹਾਰੇ। ਅਸਲ ਵਿੱਚ ਜਦੋਂ ਬੰਦਾ ਡਾਕਟਰ ਕੋਲ ਪਹੁੰਚਦਾ ਹੈ ਤਾਂ ਉਦੋਂ ਹੀ ਪਹੁੰਚਦਾ ਜਦੋਂ ਉਹਦਾ ਕੁਝ ਦੁਖਦਾ ਹੋਵੇ, ਬੁਖਾਰ ਹੋਵੇ, ਐਕਸੀਡੈਂਟ ਹੋਵੇ ਜਾਂ ਕੋਈ ਹੋਰ ਬਿਮਾਰੀ ਦਾ ਅਚਾਨਕ ਉਹਨੂੰ ਸਦਮਾ ਲੱਗਿਆ ਹੋਵੇ। ਨਮਸਤੇ, ਸਤਿ ਸ੍ਰੀ ਅਕਾਲ। ਟੀਵੀ ਪੰਜਾਬ ਵੇਖਣ ਵਾਲੇ ਸਾਡੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਸਾਡੇ ਇਸ ਖਾਸ ਪ੍ਰੋਗਰਾਮ ਹੈਲਥ ਮੰਤਰਾ ਵਿੱਚ। ਦੋਸਤੋ, ਸਾਡੀ ਇਨਸਾਨੀ ਜ਼ਿੰਦਗੀ ਦੇ ਦੋ ਅਹਿਮ ਪੜਾਅ ਹੁੰਦੇ ਨੇ, ਸੁੱਖ ਅਤੇ ਦੁੱਖ, ਜਿਨ੍ਹਾਂ ਦਾ ਵੇਲੇ-ਵੇਲੇ ਸਿਰ ਸਾਨੂੰ ਜ਼ਿੰਦਗੀ ਵਿੱਚ ਸਾਹਮਣਾ ਕਰਨਾ ਪੈਂਦਾ ਹੈ। ਲੇਕਿਨ ਕਈ ਵਾਰ ਬਿਮਾਰੀਆਂ ਜਿਹੜੀਆਂ ਉਹ ਦੁੱਖ ਦੀ ਸ਼ਕਲ ਅਖਤਿਆਰ ਕਰਦੇ ਹੋਏ ਸਾਡੀ ਜ਼ਿੰਦਗੀ ਵਿੱਚ ਦਾਖਲ ਕਰ ਜਾਂਦੀਆਂ ਅਤੇ ਫਿਰ ਸਾਨੂੰ ਉਹਨਾਂ ਦਾ ਸਾਹਮਣਾ ਕਰਦੇ ਹੋਏ ਬੜੀਆਂ ਤਕਲੀਫਾਂ ਝੇਲਣੀਆਂ ਪੈਂਦੀਆਂ। ਖਾਸ ਕਰ ਉਦੋਂ ਜਦੋਂ ਬਿਮਾਰੀ ਤੇ ਗੌਰ ਨਾ ਕੀਤਾ ਜਾਵੇ, ਉਸ ਨੂੰ ਸਮਝਦੇ ਹੋਏ ਜਿਹੜਾ ਹੈਗਾ ਉਹ ਸਹੀ ਸਮੇਂ ਦੇ ਉੱਤੇ ਡਾਕਟਰ ਕੋਲ ਪਹੁੰਚ ਨਾ ਬਣਾਈ ਜਾਵੇ ਅਤੇ ਇਹ ਜਿਹੜੀਆਂ ਬਿਮਾਰੀਆਂ ਨੇ ਫਿਰ ਉਹ ਵੱਡੇ ਦੁੱਖ ਦਾ ਰੂਪ ਅਖਤਿਆਰ ਕਰਦੇ ਹੋਏ ਸਾਡੀ ਜ਼ਿੰਦਗੀ ਵਿੱਚ ਇੱਕ ਤਰੀਕੇ ਦੀ ਤਬਾਹੀ ਜਿਹੀ ਲਿਆ ਕੇ ਖੜੀ ਕਰ ਦਿੰਦੀਆਂ ਨੇ। ਲੇਕਿਨ ਇਹਨਾਂ ਬਿਮਾਰੀਆਂ ਤੋਂ ਬਚਿਆ ਕਿਵੇਂ ਜਾਵੇ, ਬਿਮਾਰੀਆਂ ਦਾ ਸਹੀ ਇਲਾਜ ਕੀ ਹੈ, ਇਹ ਸਭ ਕੁਝ ਦੱਸਣ ਦੇ ਲਈ ਹੈਲਥ ਮੰਤਰਾ ਦੇ ਰਾਹੀਂ ਕੋਈ ਨਾ ਕੋਈ ਸਪੈਸ਼ਲਿਸਟ ਡਾਕਟਰ ਜਿਹੜੇ ਨੇ ਉਹ ਸਾਡੇ ਦਰਸ਼ਕਾਂ ਦੇ ਰੂਬਰੂ ਹੁੰਦੇ ਨੇ ਅਤੇ ਦੱਸਦੇ ਨੇ ਹਰ ਬਿਮਾਰੀ ਦਾ ਇਲਾਜ। ਲਿਹਾਜ਼ਾ ਉਸੇ ਦੇ ਤਹਿਤ ਅੱਜ ਸਾਡੇ ਨਾਲ ਮੌਜੂਦ ਨੇ ਡਾਕਟਰ ਆਰ.ਪੀ. ਗਾਬਾ ਜੀ, ਜਿਹੜੇ ਕਿ ਜਰਨਲ ਪ੍ਰੈਕਟੀਸ਼ਨਰ ਨੇ ਅਤੇ ਤਕਰੀਬਨ 40 ਸਾਲ ਤੋਂ ਵੱਧ ਸਮੇਂ ਤੋਂ ਉਹ ਲੋਕਾਂ ਦੇ ਵਿੱਚ ਬੈਠ ਕੇ ਉਹਨਾਂ ਦਾ ਸਹੀ ਢੰਗ ਨਾਲ ਇਲਾਜ ਕਰ ਰਹੇ ਨੇ, ਖਾਸ ਕਰ ਉਸ ਬਿਮਾਰੀ ਦਾ ਜਿਹੜੀ ਅੱਜ ਹਰ ਵਰਗ ਨੂੰ ਪਰੇਸ਼ਾਨ ਕਰਕੇ ਰੱਖੀ ਹੋਈ ਹੈ। ਉਹ ਬਿਮਾਰੀ ਹੈ ਬਲੱਡ ਪ੍ਰੈਸ਼ਰ, ਹਾਈਪਰਟੈਂਸ਼ਨ। ਅਸੀਂ ਉਹਦੇ ਉੱਤੇ ਗੱਲਬਾਤ ਕਰਨ ਦੇ ਲਈ ਡਾਕਟਰ ਆਰ.ਪੀ. ਗਾਬਾ ਜੀ ਵੱਲ ਵਾਧੇ ਹਾਂ। ਜੀ, ਡਾਕਟਰ ਆਰ.ਪੀ. ਗਾਬਾ ਸਾਡੇ ਨਾਲ ਨੇ, ਬਹੁਤ ਹੀ ਸੂਝਵਾਨ ਅਤੇ ਸੁਲਝੇ ਹੋਏ ਡਾਕਟਰ ਜਿਹੜੇ ਨੇ ਉਹ ਆਖੇ ਜਾਂਦੇ ਨੇ, ਧਨਵੰਤਰੀ ਅਵਾਰਡੀ ਨੇ ਅਤੇ ਉਸ ਤੋਂ ਇਲਾਵਾ ਗੋਲਡ ਮੈਡਲਿਸਟ ਵੀ ਡਾਕਟਰ ਆਰ.ਪੀ. ਗਾਬਾ ਨੇ ਅਤੇ ਇਸ ਤੋਂ ਇਲਾਵਾ ਪੰਜਾਬ ਸਰਕਾਰ ਦਾ ਜਿਹੜਾ ਮੈਡੀਕਲ ਪ੍ਰੋਫੈਸ਼ਨ ਦੇ ਲਈ ਵੱਡਾ ਅਵਾਰਡ ਹੁੰਦਾ ਹੈ ਉਹ ਵੀ ਇਹਨਾਂ ਨੂੰ ਸਮਰਪਿਤ ਕੀਤਾ ਗਿਆ ਸੀ ਸਰਕਾਰ ਵੱਲੋਂ। ਬਹਰਹਾਲ ਗਾਬਾ ਸਾਹਿਬ, ਬਹੁਤ-ਬਹੁਤ ਸਵਾਗਤ ਹੈ ਸਾਡੇ ਇਸ ਪ੍ਰੋਗਰਾਮ ਹੈਲਥ ਮੰਤਰਾ ਦੇ ਵਿੱਚ। ਜੀ ਡਾਕਟਰ ਸਾਹਿਬ, ਅਗਰ ਆਪਾਂ ਗੱਲ ਕਰੀਏ ਹਾਈਪਰਟੈਂਸ਼ਨ ਦੀ, ਜੀ ਤੇ ਹਾਈਪਰਟੈਂਸ਼ਨ ਹੈ ਕੀ ਅਤੇ ਆਮ ਆਦਮੀ ਦੇ ਲਈ ਇਹ ਸ਼ਬਦ ਸਿੱਧੀ ਭਾਸ਼ਾ ਵਿੱਚ ਕਿਵੇਂ ਆਖਿਆ ਜਾਵੇ, ਇਹ ਅਸੀਂ ਸਾਰਾ ਕੁਝ ਤੁਹਾਡੇ ਕੋਲੋਂ ਜਾਣਨਾ ਚਾਹਾਂਗੇ। ਹਾਈਪਰਟੈਂਸ਼ਨ, ਜਿਹਨੂੰ ਆਮ ਭਾਸ਼ਾ 'ਚ ਅਸੀਂ ਬਲੱਡ ਪ੍ਰੈਸ਼ਰ ਕਹਿੰਦੇ ਹਾਂ, ਹਿੰਦੀ 'ਚ ਰਕਤਚਾਪ ਕਹਿੰਦੇ ਹਾਂ, ਜਿਵੇਂ ਕਿ ਇਹਦਾ ਨਾਮ ਹੀ ਦੱਸਦਾ ਹੈ ਹਾਈਪਰ ਤਾਂ ਅੱਜਕੱਲ ਕਾਮਨ ਟਰਮ ਹੈ ਕਿ ਹਰ ਬੰਦਾ ਹਾਈਪਰ ਹੋਈ ਫਿਰਦਾ ਹੈ, ਲਾਈਫ ਸਟਾइल ही ऐसे है। ਹਾਈਪਰਟੈਂਸ਼ਨ ਦਾ ਮਤਲਬ ਹੈ ਕਿ ਬਲੱਡ ਪ੍ਰੈਸ਼ਰ ਜੋ ਸਾਡਾ ਬਲੱਡ ਸਾਡੇ ਆਰਟਰੀ ਦੇ ਵਿੱਚ ਚੱਲ ਰਿਹਾ ਹੈਗਾ, ਉਹਦਾ ਜਿਹੜਾ ਪ੍ਰੈਸ਼ਰ ਆਰਟੀਰੀਅਲ ਵਾਲ ਤੇ ਹਾਰਟ ਦੇ ਵਿੱਚ ਹੈ, ਉਹ ਪ੍ਰੈਸ਼ਰ ਜਦੋਂ ਨਾਰਮਲ ਤੋਂ ਵੱਧ ਜਾਂਦਾ ਹੈ, ਵੀ ਕਾਲ ਇਟ ਹਾਈ ਬਲੱਡ ਪ੍ਰੈਸ਼ਰ। तो बीमारी का नाम है हाई ब्लड प्रेशर। रूटीन च ਅਸੀਂ ਕਹਿ ਦਿੰਦੇ ਹਾਂ ਕਿ ਬਲੱਡ ਪ੍ਰੈਸ਼ਰ ਹੈ। तो बीमारी ਐਕਚੁਅਲੀ ਜਦੋਂ ਉਦੋਂ ਬਣਦੀ ਹੈ ਜਦੋਂ ਉਹ ਕੰਟੀਨਿਊਸਲੀ ਕਰੋਨਿਕ ਲੈਵਲ ਤੇ ਬੰਦੇ ਨੂੰ ਪਤਾ ਨਹੀਂ ਲੱਗਦਾ ਤੇ ਹੌਲੀ ਹੌਲੀ ਵੱਧਦਾ ਚਲੇ ਜਾਂਦਾ ਹੈ ਔਰ ਉਹ ਇੱਕ ਦਿਨ ਕੰਟਰੋਲ ਤੋਂ ਬਾਹਰ ਹੋ ਜਾਂਦਾ ਹੈਗਾ। ਔਰ ਮੋਸਟਲੀ ਆਮ ਤੌਰ ਤੇ ਲੋਕਾਂ ਨੂੰ ਇਸ ਦਾ ਪਤਾ ਨਹੀਂ ਲੱਗਦਾ। ਉਹ ਜਦੋਂ ਕੋਈ ਬਾਈ ਚਾਂਸ ਕਿਸੇ ਹੋਰ ਬਿਮਾਰੀ ਲਈ ਕਿਸੇ ਡਾਕਟਰ ਕੋਲ ਜਾਂਦੇ ਨੇ ਜਾਂ ਉਹਨਾਂ ਦਾ ਕੋਈ ਹੈਲਥ ਚੈੱਕਅਪ ਹੁੰਦਾ ਹੈ ਜਾਂ ਇੰਸ਼ੋਰੈਂਸ ਦੇ ਪਰਪਸ ਲਈ ਜਾਂਦੇ ਨੇ ਜਾਂ ਕਿਸੇ ਤਰ੍ਹਾਂ ਦੀ ਕਿ ਕੋਈ ਵੀ ਐਸੀ ਕਹਾਣੀ ਬਣਦੀ ਹੈ ਕਿ ਡਾਕਟਰ ਦੇ ਰੂਬਰੂ ਹੁੰਦੇ ਨੇ ਤੇ ਡਾਕਟਰ ਚੈੱਕ ਕਰਦਾ ਹੈ ਤੇ ਬਾਈ ਚਾਂਸ ਹੀ ਡਿਟੈਕਟ ਹੁੰਦਾ ਹੈ। ਬਲੱਡ ਪ੍ਰੈਸ਼ਰ ਜਿਹੜਾ ਹੈ, ਹਾਈ ਬਲੱਡ ਪ੍ਰੈਸ਼ਰ ਕਰੋਨਿਕ ਬਿਮਾਰੀ ਹੈ, ਹੌਲੀ ਹੌਲੀ ਵੱਧਦਾ ਹੈ ਔਰ ਇਹਦੇ ਬਹੁਤ ਕਾਰਨ ਹੁੰਦੇ ਨੇ ਜਿਹੜੇ ਅਸੀਂ ਹੁਣੇ ਤੁਹਾਨੂੰ ਦੱਸਣ ਜਾ ਰਹੇ ਹਾਂ। ਲੇਕਿਨ ਨਾਲ ਦੀ ਨਾਲ ਮੈਂ ਆਪਣੇ ਦਰਸ਼ਕਾਂ ਨੂੰ ਪ੍ਰਣਾਮ ਕਰਦਾ ਕਿ ਉਹ ਆਪਣਾ ਬਹੁਮੁੱਲਿਆ ਸਮਾਂ ਕੱਢ ਕੇ ਇਹ ਬੜੀ ਇੱਕ ਅੱਛੀ ਰਵਾਇਤ ਜੋ ਹੈਲਥ ਮੰਤਰਾ ਦੀ ਟੀਵੀ ਪੰਜਾਬ ਨੇ ਸ਼ੁਰੂ ਕੀਤੀ ਹੈ, ਉਹਨੂੰ ਮੈਂ ਕਮੈਂਟ ਕਰਦਾ, ਸਲੂਟ ਕਰਦਾ, ਕਿਉਂਕਿ ਕੁਝ ਅਵੇਅਰਨੈਸ ਐਸੀ ਹੈ, ਐਜੂਕੇਸ਼ਨ ਐਸੀ ਹੈ ਜਾਂ ਇਟ ਇੰਪਾਵਰਸ ਦਾ ਪਰਸਨ ਕਿ ਉਹਨੇ ਆਪਣੇ ਆਪ ਨੂੰ ਕਿਵੇਂ ਮੈਨੇਜ ਕਰਨਾ ਹੈ ਔਰ ਕਿੱਦਾਂ ਆਪਣੀ ਜ਼ਿੰਦਗੀ ਨੂੰ ਲੰਬੀ ਖਿੱਚਣਾ ਤੇ ਸਿਹਤਮੰਦ ਰੱਖਣਾ ਹੈ। ਇਸ ਕਰਕੇ ਮੈਂ ਆਪਣੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦਾ ਔਰ
ਟੀਵੀ ਪੰਜਾਬ ਦਾ ਜੋ ਇਹ ਉਪਰਾਲਾ ਹੈ ਉਹਦਾ ਮੈਂ ਹਿਰਦੇ ਤੋਂ ਆਭਾਰ ਪ੍ਰਗਟ ਕਰਦਾ। ਥੈਂਕ ਯੂ ਡਾਕਟਰ ਸਾਹਿਬ। ਡਾਕਟਰ ਸਾਹਿਬ, ਬਲੱਡ ਪ੍ਰੈਸ਼ਰ ਦੀ ਅਗਰ ਗੱਲ ਕੀਤੀ ਜਾਵੇ, ਹਾਈਪਰਟੈਂਸ਼ਨ ਤੁਸੀਂ ਆਖਿਆ, ਹਾਈ ਬਲੱਡ ਪ੍ਰੈਸ਼ਰ ਤੇ ਅਤੇ ਦੂਸਰਾ ਇੱਕ ਹੋਰ ਤਰ੍ਹਾਂ ਦਾ ਬਲੱਡ ਪ੍ਰੈਸ਼ਰ ਵੀ ਹੁੰਦਾ, ਲੋ ਜੀ ਬਲੱਡ ਪ੍ਰੈਸ਼ਰ। ਜੀ ਤਾਂ ਇਹਨਾਂ ਦੇ ਵਿੱਚ ਫਰਕ ਕੀ ਹੈ ਅਤੇ ਇਹ Right. ਕਿਸ ਤਰੀਕੇ ਨਾਲ ਸਾਡੀ ਜ਼ਿੰਦਗੀ ਨੂੰ ਪ੍ਰਭਾਵਿਤ ਕਰ ਸਕਦੇ ਨੇ? ਆਲਰਾਈਟ, ਬਲੱਡ ਪ੍ਰੈਸ਼ਰ ਨੂੰ ਟੈਕਨੀਕਲੀ ਮੋٹے ਅਸੀਂ ਦੋ ਵੈਰਾਈਟੀਆਂ 'ਚ ਡਿਸਕਸ ਕਰਦੇ ਹਾਂ। ਇੱਕ ਹੈ ਸਿਸਟੋਲਿਕ ਬਲੱਡ ਪ੍ਰੈਸ਼ਰ, ਜੀ ਦੂਸਰਾ ਹੈ ਡਾਇਸਟੋਲਿਕ ਬਲੱਡ ਪ੍ਰੈਸ਼ਰ। ਪਰ ਇਸ ਤੋਂ ਪਹਿਲਾਂ ਮੈਂ ਇੱਕ ਹੋਰ ਗੱਲ ਦੱਸ ਦਿਆਂ ਕਿ ਬਲੱਡ ਪ੍ਰੈਸ਼ਰ 90 to 95% ਪ੍ਰਾਇਮਰੀ ਜਾਂ ਐਸੈਂਸ਼ੀਅਲ ਹਾਈਪਰਟੈਂਸ਼ਨ ਹੁੰਦਾ ਹੈ, ਜਿਹੜਾ ਕਿ ਜੈਨੇਟਿਕ ਹੁੰਦਾ ਹੈ ਜਾਂ ਜਿਸ ਦੇ ਕਿ ਕਾਰਨ ਇਨਸਾਨ ਨੂੰ ਪਤਾ ਨਹੀਂ ਹੁੰਦੇ। ਉਹਦੇ ਪੁਰਖਾਂ ਨੂੰ ਹੁੰਦਾ, ਉਹਨੂੰ ਹੋ ਜਾਂਦਾ ਹੈਗਾ। ਲੇਕਿਨ 5 ਤੋਂ 10% ਕੁਛ ਐਸਾ ਵੀ ਬਲੱਡ ਪ੍ਰੈਸ਼ਰ ਹੁੰਦਾ ਜਿਹੜਾ ਸੈਕੰਡਰੀ ਹੁੰਦਾ, ਉਹਦਾ ਜਿਹੜਾ ਕਾਰਨ ਹੈ ਆਇਡੈਂਟੀਫਾਈਏਬਲ ਹੈ, ਉਹ ਪਤਾ ਲੱਗ ਜਾਂਦਾ ਹੈ ਕਿ ਕਿਡਨੀ ਡਿਜ਼ੀਜ਼ ਕਰਕੇ ਹੋ ਸਕਦਾ ਹੈ, ਇੱਕ ਟਿਊਮਰ ਹੁੰਦਾ ਐਡਰੀਨਲਿਨ ਦਾ, ਫੀਓਕ੍ਰੋਮੋਸਾਈਟੋਮਾ ਉਹਦੇ ਕਰਕੇ ਹੋ ਸਕਦਾ ਹੈ, ਥਾਇਰਾਇਡ ਡਿਜ਼ੀਜ਼ ਕਰਕੇ ਹੋ ਸਕਦਾ ਹੈ, ਔਰ ਇੱਦਾਂ ਦੀਆਂ ਹੋਰ ਕਈ ਬਾਡੀ ਦੇ ਵਿੱਚ ਪ੍ਰੋਬਲਮਸ ਹੁੰਦੀਆਂ ਹੈਗੀਆਂ, ਉਹਨਾਂ ਕਰਕੇ ਸੈਕੰਡਰੀ ਹੁੰਦਾ ਹੈ। ਔਰ ਅਗਰ ਅਸੀਂ ਉਹ ਕਾਜ਼ ਨੂੰ ਟਰੀਟ ਕਰੀਏ, ਫੋਕਸ ਕਰੀਏ ਤੇ ਉਹ ਟਰੀਟੇਬਲ ਹੁੰਦਾ ਹੈ। ਲੇਕਿਨ ਆਮ ਤੌਰ ਤੇ ਜਿਹੜਾ ਬਲੱਡ ਪ੍ਰੈਸ਼ਰ ਜਿਹੜਾ ਅਸੀਂ ਅੱਜ ਡਿਸਕਸ ਕਰਨ ਲੱਗੇ ਹਾਂ, ਉਹ ਥੋੜ੍ਹਾ ਜਿਹਾ ਰੂਟੀਨ ਵਾਲਾ ਹੁੰਦਾ ਹੈ, ਉਹ ਅਚਾਨਕ ਡਾਇਗਨੋਜ਼ ਹੁੰਦਾ ਹੈ, ਕਰੋਨਿਕ ਹੁੰਦਾ ਹੈ, ਉਹ ਸਾਡੀ ਜ਼ਿੰਦਗੀ ਦੇ ਨਾਲ ਹੀ ਚੱਲਦਾ ਹੈ। ਉਹ ਸਾਡਾ ਲਾਈਫ ਸਟਾਈਲ ਦਾ ਪਾਰਟ ਹੈ। ਜਿੱਦਾਂ ਅਸੀਂ ਲਾਈਫ ਸਟਾਈਲ ਸੈਡੈਂਟਰੀ ਲਾਈਫ ਸਟਾਈਲ ਹੈ, ਅਸੀਂ ਐਕਸਰਸਾਈਜ਼ ਘੱਟ ਕਰੀਏ, ਅਸੀਂ ਸਟ੍ਰੈਸ ਜ਼ਿਆਦਾ ਲਈਏ, ਉਹ ਸਾਡੇ ਲਾਈਫ ਸਟਾਈਲ ਤੋਂ ਜਿਹੜਾ ਪੈਦਾ ਹੁੰਦਾ ਹੈ। ਪਲੱਸ ਅਸੀਂ ਉਹਨੂੰ ਅਣਗਹਿਲੀ ਕਰ ਜਾਂਦੇ ਹਾਂ, ਔਰ ਇਨ ਦਾ ਲੌਂਗ ਰਨ ਉਹ ਸਾਨੂੰ ਸਿਹਤ ਨੂੰ ਕਾਫੀ ਕੰਪਲਿਕੇਸ਼ਨ ਦੇ ਜਾਂਦਾ ਹੈ। ਜੀ ਡਾਕਟਰ ਸਾਹਿਬ, ਜਿਹੜਾ ਮੈਂ ਦੱਸ ਰਿਹਾ ਤੁਹਾਨੂੰ, ਜਿਹੜਾ ਸਿਸਟੋਲਿਕ ਬਲੱਡ ਪ੍ਰੈਸ਼ਰ ਤੇ ਡਾਇਸਟੋਲਿਕ ਬਲੱਡ ਪ੍ਰੈਸ਼ਰ ਹੈ, ਇਹ ਡਾਕਟਰਾਂ ਨੇ ਮੇਜਰ ਕਰਨ ਲਈ ਦਾ ਮੈਕਸਿਮਮ ਪ੍ਰੈਸ਼ਰ ਜਿਹੜਾ ਹਾਰਟ ਦੇ ਕੰਟਰੈਕਸ਼ਨ ਤੋਂ ਆਰਟਰੀ ਦੇ ਵਿੱਚ ਜਨਰੇਟ ਹੁੰਦਾ ਹੈਗਾ, ਦੈਟ ਇਜ਼ ਸਿਸਟੋਲਿਕ। ਔਰ ਜਿਹੜਾ ਮਿਨੀਮਮ ਪ੍ਰੈਸ਼ਰ ਹੈ ਜਦੋਂ ਹਾਰਟ ਡਾਇਲੇਟ ਕਰਦਾ ਹੈ, ਡਾਇਸਟੋਲਿਕ 'ਚ ਜਾਂਦਾ ਹੈ, ਉਹ ਡਾਇਸਟੋਲਿਕ ਬਲੱਡ ਪ੍ਰੈਸ਼ਰ ਹੈ। ਔਰ ਇਸ ਦੀ ਮੈਂ ਨਾਰਮਲ ਰੀਡਿੰਗ ਦੱਸ ਦਿਆਂ, ਜਿਹੜਾ ਸਿਸਟੋਲਿਕ ਬਲੱਡ ਪ੍ਰੈਸ਼ਰ ਹੈ ਉਹ ਮਿਨੀਮਮ ਜਿਹੜਾ ਹੈ 100 ਤੇ 60-70 ਦੇ ਵਿੱਚ ਰਹਿਣਾ ਚਾਹੀਦਾ, ਇਸ ਤੋਂ ਘੱਟ ਨਹੀਂ ਹੋਣਾ ਚਾਹੀਦਾ। ਜਿਹੜਾ ਮੈਕਸਿਮਮ ਹੈ ਉਹ ਅਲੱਗ-ਅਲੱਗ ਹਾਈਪਰਟੈਂਸ਼ਨ ਦੇ ਜੋ ਪੈਰਾਮੀਟਰ ਨੇ, ਅਲੱਗ-ਅਲੱਗ ਕੰਟਰੀਜ਼ ਦੇ, ਇੰਟਰਨੈਸ਼ਨਲੀ ਅਕਲੇਮਡ ਸੁਸਾਇਟੀਜ਼ ਦੇ, ਉਹਨਾਂ ਦੇ ਵਿੱਚ ਥੋੜ੍ਹਾ ਜਿਹਾ ਡਿਫਰੈਂਸ ਹੈ। ਲੇਕਿਨ ਰੂਟੀਨ ਦੇ ਵਿੱਚ 130/90 ਲਿਮਿਟ ਹੈ, 129 ਤੇ 189, 189। ਇਸ ਤੋਂ ਅੱਗੇ ਯਾਨੀ 130/90 ਅਸੀਂ ਸਟੈਪ ਇਨ ਕਰਕੇ ਪ੍ਰੀ ਹਾਈਪਰਟੈਂਸ਼ਨ 'ਚ। ਔਰ ਬ੍ਰਿਟੇਨ ਦੀ ਏਜੰਸੀਆਂ ਕਹਿੰਦੀਆਂ ਨੇ, ਹੈਲਥ ਦੀਆਂ ਕੁਝ ਸੁਸਾਇਟੀਆਂ, ਕਿ ਨਹੀਂ ਅਸੀਂ ਇਸ ਨੂੰ 140/90 ਤੱਕ ਮੰਨ ਸਕਦੇ ਹਾਂ। ਜੀ ਡਾਕਟਰ ਸਾਹਿਬ, ਗੱਲ ਅਗਰ ਇਸ ਬਲੱਡ ਪ੍ਰੈਸ਼ਰ ਦੀ ਕੀਤੀ ਜਾਵੇ ਤਾਂ ਆਮ ਬੰਦਾ ਕਿਸ ਤਰੀਕੇ ਨਾਲ ਇਹ ਸਮਝ ਸਕਦਾ ਹੈ ਬਈ ਇਹ ਬਿਮਾਰੀ ਜਿਹੜੀ ਹੈ ਉਹਨੂੰ ਹੌਲੀ ਹੌਲੀ ਘੇਰ ਰਹੀ ਹੈ ਤੇ ਉਹਨੂੰ ਡਾਕਟਰ ਕੋਲ ਜਾਣਾ ਚਾਹੀਦਾ, ਮਤਲਬ ਬਿਨਾਂ ਕਿਸੇ ਅੰਦਾਜ਼ੇ ਨਾਲ ਹੀ ਉਹਨੂੰ ਲੱਗ ਜਾਵੇ ਪਤਾ, ਇਹ ਕਿੱਦਾਂ ਲੱਗੇ? ਦੇਖੋ, ਦੁਨੀਆ ਦੇ ਵਿੱਚ ਸਭ ਪਾਸੇ ਡਿਵੈਲਪਮੈਂਟ ਹੋ ਰਹੀ ਹੈ, ਸਾਇੰਟੀਫਿਕ ਡਿਵੈਲਪਮੈਂਟ ਹੈ, ਮੈਡੀਕਲ ਸਾਇੰਸ ਵੀ ਬਹੁਤ ਡਿਵੈਲਪਮੈਂਟ ਹੋਈ ਹੈ, ਲੇਕਿਨ ਇਨਸਾਨ ਆਪਣੇ ਆਪ ਨੂੰ ਇਗਨੋਰ ਕਰਦਾ ਹੈ। ਹੈਲਥ ਦੇ ਮਾਮਲੇ ਦੇ ਵਿੱਚ ਕੋਈ ਵੀ ਵਿਅਕਤੀ ਕਿਸੇ ਵੀ ਤਰ੍ਹਾਂ ਦਾ, ਚਾਹੇ ਮੈਂ ਪ੍ਰੋਫੈਸ਼ਨਲ ਹਾਂ, ਚਾਹੇ ਤੁਸੀਂ ਹੋ ਜਾਂ ਕੋਈ ਹੋਰ ਵੀ ਹੈ, ਆਪਾਂ ਆਪਣੀ ਗੱਡੀ ਨੂੰ ਇੱਦਾਂ ਹੀ ਚਲਾਈ ਜਾਂਦੇ ਹਾਂ ਰੱਬ ਦੇ ਸਹਾਰੇ। ਜਦ ਕਿ ਸਾਡੇ ਕੋਲ ਕੋਈ ਹੋਰ ਚੀਜ਼ ਵਹੀਕਲ ਵੀ ਹੋਵੇ ਤੇ ਅਸੀਂ ਟਾਈਮ ਤੇ ਗਰਾਜ ਤੇ ਜਾ ਕੇ ਬਿਨਾਂ ਪ੍ਰੋਬਲਮ, ਬਿਨਾਂ ਐਕਸੀਡੈਂਟ ਤੋਂ ਅਸੀਂ ਸਰਵਿਸ ਕਰਾ ਲੈਂਦੇ ਹਾਂ। ਸੋ ਇੱਕ ਸਿਸਟਮ ਅਪਣਾਉਣਾ ਚਾਹੀਦਾ ਇਨਸਾਨ ਨੂੰ ਕਿ ਉਹ ਆਪਣੇ ਫੈਮਿਲੀ ਡਾਕਟਰ ਕੋਲ ਜਾਵੇ, ਆਪਣੇ ਫਿਜ਼ੀਸ਼ੀਅਨ ਕੋਲ ਜਾਵੇ ਤੇ ਰੂਟੀਨ ਦੇ ਵਿੱਚ ਆਪਣੇ ਪੈਰਾਮੀਟਰ ਇਨਵੈਸਟੀਗੇਸ਼ਨ, ਪਾਰਟਿਕੂਲਰਲੀ ਜਿਹੜੀਆਂ ਲਾਈਫ ਸਟਾਈਲ ਡਿਜ਼ੀਜ਼ਸ ਹੈ, ਜਿਵੇਂ ਕਿ ਬਲੱਡ ਸ਼ੂਗਰ ਹੈ ਤੇ ਬਲੱਡ ਪ੍ਰੈਸ਼ਰ ਹੈ, ਉਹਨਾਂ ਦਾ ਚੈੱਕਅਪ ਕਰੇ ਤੇ ਉਹਨਾਂ ਨੂੰ ਕੰਟਰੋਲ 'ਚ ਰੱਖਣ ਲਈ ਇੱਕ ਧਿਆਨਯੋਗ ਨੀਤੀ ਬਣਾਵੇ। ਜੀ ਡਾਕਟਰ ਸਾਹਿਬ, ਅਗਰ ਗੱਲ ਕੀਤੀ ਜਾਵੇ ਤਾਂ ਜਿਹੜੇ ਲੋਕ ਪਹਿਲਾਂ ਤੋਂ ਬਿਮਾਰ ਨੇ ਜਾਂ ਕਿਸੇ ਬਿਮਾਰੀ ਦੇ ਨਾਲ ਜੂਝ ਰਹੇ ਨੇ, ਉਹਨਾਂ ਲੋਕਾਂ ਨੂੰ ਬਲੱਡ ਪ੍ਰੈਸ਼ਰ ਦੇ ਮਾਮਲੇ 'ਚ ਕਿੰਨਾ ਕੁ ਧਿਆਨ ਰੱਖਣਾ ਚਾਹੀਦਾ ਹੈ? ਇਹ ਕਿੰਨਾ ਕੁ ਘਾਤਕ ਹੋ ਸਕਦਾ ਜੇ ਉਹ ਧਿਆਨ ਨਾ ਰੱਖਣ? ਇਹ ਬਹੁਤ ਰੈਲੇਵੈਂਟ ਸਵਾਲ ਹੈ ਤੁਹਾਡਾ, ਬਹੁਤ ਜ਼ਰੂਰੀ ਸਵਾਲ ਹੈ। ਅਸਲ ਵਿੱਚ ਜਦੋਂ ਬੰਦਾ ਡਾਕਟਰ ਕੋਲ ਪਹੁੰਚਦਾ ਹੈ ਤਾਂ ਉਦੋਂ ਹੀ ਪਹੁੰਚਦਾ ਜਦੋਂ ਉਹਦਾ ਕੁਝ ਦੁਖਦਾ ਹੋਵੇ,
ਬੁਖਾਰ ਹੋਵੇ, ਐਕਸੀਡੈਂਟ ਹੋਵੇ ਜਾਂ ਕੋਈ ਹੋਰ ਬਿਮਾਰੀ ਦਾ ਅਚਾਨਕ ਉਹਨੂੰ ਸਦਮਾ ਲੱਗਿਆ ਹੋਵੇ। ਔਰ ਬਲੱਡ ਪ੍ਰੈਸ਼ਰ ਜਿਹੜਾ ਹੈਗਾ ਉਹਨੂੰ ਕੋਐਗਜ਼ਿਸਟਿੰਗ ਹੁੰਦਾ ਹੈ, ਪਹਿਲਾਂ ਹੀ ਉਹਦੀ ਬਾਡੀ 'ਚ ਹੁੰਦਾ ਹੈ, ਲੇਕਿਨ ਉਸ ਦੀ ਟ੍ਰੀਟਮੈਂਟ ਦੇ ਵਿੱਚ ਹੋਰ ਪ੍ਰੋਬਲਮਸ ਆ ਜਾਂਦੀ ਹੈ। ਸਭ ਤੋਂ ਜਿਹੜੀ ਕਾਮਨ ਗੱਲ ਮੈਂ ਤੁਹਾਡੇ ਨਾਲ ਸ਼ੇਅਰ ਕਰਨੀ ਚਾਹੁੰਦਾ, ਅੱਜ ਕੋਵਿਡ ਦਾ ਜ਼ਮਾਨਾ ਹੈ, ਪਿਛਲੇ 2 ਸਾਲ ਤੋਂ ਮਾਨਵਤਾ ਕੋਵਿਡ ਦੇ ਨਾਲ ਜੂਝ ਰਹੀ ਹੈ। ਇਹ ਕਰੋਨਾ ਉਹਨਾਂ ਲੋਕਾਂ ਨੂੰ ਜ਼ਿਆਦਾ ਨੁਕਸਾਨ ਪਹੁੰਚਾ ਗਿਆ ਜਾਂ ਉਹ ਲੋਕ ਜ਼ਿਆਦਾ ਇਸ ਦੁਨੀਆ ਤੋਂ ਚਲੇ ਗਏ ਜਿਨ੍ਹਾਂ ਨੂੰ ਪ੍ਰੀ ਐਗਜ਼ਿਸਟਿੰਗ ਬਲੱਡ ਪ੍ਰੈਸ਼ਰ ਜਾਂ ਸ਼ੂਗਰ ਜਾਂ ਹਾਰਟ ਫੇਲੀਅਰ, ਜਿਹੜਾ ਕਿ ਬਲੱਡ ਪ੍ਰੈਸ਼ਰ ਦੇ ਕਾਰਨ ਹੀ ਹੈ, ਇਹ ਵਾਲੀਆਂ ਬਿਮਾਰੀਆਂ ਸੀਗੀਆਂ। ਅਗਰ ਇਹ ਬਿਮਾਰੀਆਂ ਕਿਸੇ ਨੂੰ ਨਹੀਂ ਹੈਗੀਆਂ ਤੇ ਉਹ ਕਰੋਨਾ ਨੂੰ ਆਰਾਮ ਨਾਲ ਨਿਕਲ ਗਿਆ। ਇਹ ਇੱਕ ਐਗਜ਼ਾਮਪਲ ਹੈ। ਕਿਸੇ ਵੀ ਤਰ੍ਹਾਂ ਦਾ ਕੋਈ ਵੀ ਪੇਸ਼ੈਂਟ ਹੈ, ਚਾਹੇ ਉਹ ਹੈਡ ਇੰਜਰੀ ਨਾਲ ਆਉਂਦਾ ਹੈ, ਟਰਾਮਾ ਨਾਲ ਆਉਂਦਾ ਹੈ, ਪੈਨਕਰੀਆਟਾਈਟਸ ਨਾਲ ਆਉਂਦਾ ਹੈ, ਕਿਸੇ ਇਨਫੈਕਸ਼ਨ ਦੀ ਡਿਜ਼ੀਜ਼ ਨਾਲ ਆਉਂਦਾ ਹੈ ਜਾਂ ਹੋਰ ਕਿਸੇ ਵੀ ਕਾਰਨ ਕਰਕੇ ਆਉਂਦਾ ਹੈ, ਉਹਦੇ ਜਿਹੜੇ ਬੇਸਿਕ ਪੈਰਾਮੀਟਰ ਹੈ, ਜਿਵੇਂ ਕਿ ਉਹਦੀ ਰੈਸਪੀਰੇਸ਼ਨ, ਉਹਦੀ ਪਲਸ ਤੇ ਉਹਦਾ ਬਲੱਡ ਪ੍ਰੈਸ਼ਰ, ਇਹ ਸਾਡੀ ਵਾਈਟਲਸ ਨੇ, ਜ਼ਿੰਦਗੀ ਦੇ ਇੱਕ ਆਧਾਰ ਨੇ। ਔਰ ਅਗਰ ਅਸੀਂ ਆਧਾਰ ਦੇ ਉੱਤੇ ਹੀ ਗੌਰ ਨਹੀਂ ਕਰਾਂਗੇ ਤੇ ਅੱਗੇ ਕਿੱਦਾਂ ਗੱਡੀ ਚੱਲੇਗੀ। ਸੋ ਮੇਰਾ ਸਾਰੇ ਦੋਸਤਾਂ ਮਿੱਤਰਾਂ ਨੂੰ ਤੇ ਮੈਂ ਆਪਣੇ ਦਰਸ਼ਕਾਂ ਨੂੰ ਇਹ ਗੁਜ਼ਾਰਿਸ਼ ਹੈ ਕਿ ਇਸ ਚੀਜ਼ ਨੂੰ ਕਦੀ ਅਣਗਹਿਲੀ 'ਚ ਨਾ ਰੱਖਣ ਔਰ ਆਪਣਾ ਧਿਆਨ ਆਪਣੇ ਉੱਤੇ ਰੱਖਣ। ਮੈਂ ਆਪਣੇ ਮਰੀਜ਼ਾਂ ਨੂੰ ਕਹਿੰਦਾ ਹੁੰਦਾ, ਲਵ ਯੋਰ ਸੈਲਫ। ਅਗਰ ਕਿਤੇ ਬਾਈ ਚਾਂਸ ਵੀ ਕਿਤੇ ਮੌਕਾ ਮਿਲਦਾ ਹੈ ਕਿਸੇ ਵੀ ਡਾਕਟਰ ਕੋਲ ਜਾਣ ਦਾ, ਤੇ ਗੈਟ ਯੋਰ ਬਲੱਡ ਪ੍ਰੈਸ਼ਰ ਚੈੱਕਡ। ਜੀ ਬਹਰਹਾਲ ਦੋਸਤੋ, ਤੁਸੀਂ ਡਾਕਟਰ ਆਰਪੀ ਗਾਬਾ ਜੀ ਦੀ ਗੱਲਾਂ ਦੇ ਰਾਹੀਂ ਅੰਦਾਜ਼ਾ ਲਗਾ ਹੀ ਰਹੇ ਹੋਵੋਗੇ ਕਿ ਬਲੱਡ ਪ੍ਰੈਸ਼ਰ ਵਰਗੀ ਜਿਹੜੀ ਇਹ ਬਿਮਾਰੀ ਹੈ, ਅਗਰ ਇਹਦੇ ਤੇ ਗੌਰ ਨਾ ਕੀਤਾ ਜਾਵੇ ਤਾਂ ਇਹ ਵੱਧਦੇ ਇਨਸਾਨ ਦੇ ਲਈ ਬੇਹੱਦ ਜਿਹੜਾ ਹੈਗਾ ਉਹ ਘਾਤਕ ਹੋ ਸਕਦੀ ਹੈ ਅਤੇ ਇਨਸਾਨ ਦੀ ਜ਼ਿੰਦਗੀ ਨੂੰ ਵੀ ਲੀਲ ਸਕਦੀ ਹੈ। ਡਾਕਟਰ ਸਾਹਿਬ, ਅਸੀਂ ਜਾਣਨਾ ਚਾਹਾਂਗੇ ਆਪਣੇ ਦਰਸ਼ਕਾਂ ਦੇ ਲਈ ਕਿ ਇਸ ਜਿਹੜੀ ਬਲੱਡ ਪ੍ਰੈਸ਼ਰ ਦੀ ਬਿਮਾਰੀ ਹੈ, ਇਹਦੇ ਮੁੱਖ ਕਾਰਨ ਕੀ ਨੇ? ਕਿਉਂ ਆਫਟਰ ਆਲ ਆਦਮੀ ਨੂੰ ਇਹ ਆਪਣੀ ਗ੍ਰਿਫਤ 'ਚ ਲੈ ਲੈਂਦਾ? ਇਟ ਇਜ਼ ਅ ਲਾਈਫਸਟਾਈਲ ਡਿਜ਼ੀਜ਼ ਜੀ। ਹਿਊਮਨ ਲਾਈਫ ਇਜ਼ ਵੈਰੀ ਪ੍ਰੈਸ਼ੀਅਸ, ਲੇਕਿਨ ਸਿਵਲਾਈਜੇਸ਼ਨ ਦੀ ਡਿਵੈਲਪਮੈਂਟ ਦੇ ਨਾਲ ਜਿਉਂ-ਜਿਉਂ ਤਰੱਕੀ ਹੁੰਦੀ ਗਈ, ਅਸੀਂ ਜ਼ਿਆਦਾ ਪੜ੍ਹੇ ਲਿਖੇ ਗਏ, ਜ਼ਿਆਦਾ ਪ੍ਰੋਸਪਰ ਹੋ ਗਏ, ਜ਼ਿਆਦਾ ਅਮੀਰ ਹੋ ਗਏ, ਤੇ ਅਸੀਂ ਜਿਹੜਾ ਫਿਜ਼ੀਕਲ ਕੰਮ ਕਰਨਾ ਘੱਟ ਕਰ ਦਿੱਤਾ। ਸਾਡਾ ਲਾਈਫ ਸਟਾਈਲ ਸੈਡੈਂਟਰੀ ਹੋ ਗਿਆ। ਦਫ਼ਤਰ ਦੇ ਵਿੱਚ ਵੀ ਬੈਠੇ ਬੈਠੇ ਕੰਪਿਊਟਰ 'ਤੇ ਕੰਮ ਕਰਦੇ ਹਾਂ, ਬਿਜ਼ਨਸ ਵਿੱਚ ਵੀ ਬੰਦਾ ਬੈਠ ਕੇ, ਜਿਵੇਂ ਆਪਾਂ ਕਹਿ ਸਕਦੇ ਹਾਂ ਕਿ ਬੈਠੇ ਬੈਠੇ ਸਾਰੇ ਕੰਮ ਕਰਨੇ, ਆਰਡਰ ਦੇਣੇ। ਜਿਹੜਾ ਲੇਬਰ ਵੀ ਹਾਰਡ ਵਰਕ ਕਰਦੀ ਸੀ, ਉਹ ਵੀ ਮਸ਼ੀਨਾਂ ਆ ਗਈਆਂ, JCB ਆ ਗਈਆਂ। ਸੋ ਫਿਜ਼ੀਕਲ ਐਕਟੀਵਿਟੀ ਸਾਡੀ ਘੱਟ ਚੁੱਕੀ ਹੈ। ਇਹ ਮੇਨ ਕਾਰਨ ਹੈ, ਸੈਡੈਂਟਰੀ ਲਾਈਫ ਸਟਾਈਲ ਮੇਨ ਕਾਰਨ ਹੈ। ਦੂਸਰਾ, ਅਸੀਂ ਖਾਣ ਪੀਣ ਨੂੰ ਜਰਾ ਜ਼ਿਆਦਾ ਖਾਣ ਪੀਣ ਲੱਗ ਗਏ, ਕੈਲੋਰੀਜ਼ ਜ਼ਿਆਦਾ ਲੈਣ ਲੱਗ ਗਏ ਤੇ ਮੋਟੇ ਹੋ ਗਏ, ਓਵਰਵੇਟ ਹੋ ਗਏ। ਓਬੈਸਿਟੀ ਇਜ਼ ਅਗੇਨ ਅਨਦਰ ਰਿਸਕ ਫੈਕਟਰ। ਐਂਡ ਦਾ ਮੋਸਟ ਇੰਪੋਰਟੈਂਟ ਥਿੰਗ, ਹਰ ਗੱਲ ਨੂੰ ਅਸੀਂ ਨਾ ਚੁਟਕੀਆਂ 'ਚ ਹੀ ਠੀਕ ਕਰਨਾ ਚਾਹੁੰਦੇ ਹਾਂ। ਅਸੀਂ ਹਰ ਕੰਮ WhatsApp 'ਤੇ, ਮੋਬਾਈਲ 'ਤੇ, ਕੰਪਿਊਟਰ 'ਤੇ ਤੇ TV 'ਤੇ ਕਰਨਾ ਚਾਹੁੰਦੇ ਹਾਂ। ਮੇਰਾ ਮਤਲਬ ਸਟ੍ਰੈਸ ਤੋਂ ਹੈ। ਸਾਡੇ ਜਿਹੜੇ ਦੁਨਿਆਵੀ ਰਿਸ਼ਤੇ ਹੈ ਘਟਦੇ ਜਾ ਰਹੇ ਹੈ, ਪਿਆਰ ਮੁਹੱਬਤ ਘਟਦਾ ਜਾ ਰਿਹਾ ਹੈ, ਮਟੀਰੀਅਲਿਜ਼ਮ ਵੱਧਦਾ ਜਾ ਰਿਹਾ ਹੈ, ਪੈਸੇ ਦੀ ਦੌੜ ਲੱਗ ਚੁੱਕੀ ਹੈ। ਔਰ ਅਸੀਂ ਉਹ ਜਿਹੜੀਆਂ ਚੀਜ਼ਾਂ ਦੋਸਤਾਂ ਨਾਲ ਸ਼ੇਅਰ ਕਰ ਲੈਂਦੇ ਸੀ, ਮਾਂ ਪਿਓ ਨਾਲ ਸ਼ੇਅਰ ਕਰ ਲੈਂਦੇ ਸੀ, ਉਹ ਹੁਣ ਮਟੀਰੀਅਲਿਜ਼ਮ ਦੀ ਦੌੜ ਦੇ ਵਿੱਚ ਅਸੀਂ ਪਿਛੜ ਗਏ ਹਾਂ ਔਰ ਸਟ੍ਰੈਸ ਲੈ ਬੈਠਦੇ ਹਾਂ। ਸੋ ਟੈਨਸ਼ਨ ਤੋਂ ਪਹਿਲੇ, ਹਾਈਪਰਟੈਂਸ਼ਨ ਤੋਂ ਪਹਿਲੇ ਟੈਨਸ਼ਨ ਬਾਰੇ ਸੋਚੋ। If anybody is under stress, that is the basic ਕਾਰਨ and precipitating factor also. So stress ਮੇਨ ਕਾਰਨ ਅੱਜ ਕੱਲ੍ਹ ਮੰਨਿਆ ਜਾਏਗਾ। ਬਿਸਾਈਡ ਦਿਸ ਕੁਝ ਚੀਜ਼ਾਂ ਐਸੀਆਂ ਜਿਹੜੀਆਂ ਸਾਡੇ ਬਸ 'ਚ ਨਹੀਂ ਹੈ, ਜਿਨ੍ਹਾਂ ਜੈਨੇਟਿਕ ਹੈ, ਸਾਡੇ ਪੁਰਖਾਂ ਨੂੰ ਸੀ, ਸਾਡੇ ਮਾਂ ਪਿਓ ਨੂੰ ਜਾਂ ਦਾਦੇ ਦਾਦੀ ਨੂੰ ਸੀ, ਉਹ ਵੀ ਕੁਝ ਕਾਰਨ ਹੈਗੇ ਨੇ। ਕੁਝ ਕਾਰਨ ਅਜੇ ਨਹੀਂ ਵੀ ਪਤਾ ਹੈ ਸਾਇੰਸ ਨੂੰ, ਲੇਕਿਨ ਜੋ ਮੋਟੇ-ਮੋਟੇ ਸਾਡੀ ਜ਼ਿੰਦਗੀ ਦੇ ਵਿੱਚ ਕੰਟਰੋਲ ਕਰਨ ਵਾਲੀਆਂ ਗੱਲਾਂ ਨੇ, ਉਹ ਸਾਡੀ ਲਾਈਫ ਸਟਾਈਲ ਹੀ ਹੈ। ਬਹਰਹਾਲ ਦੋਸਤੋ, ਡਾਕਟਰ ਆਰਪੀ ਗਾਬਾ ਜੀ ਦੀ ਗੱਲਾਂ ਦੇ ਰਾਹੀਂ ਤੁਸੀਂ ਇਹ ਵੀ ਅੰਦਾਜ਼ਾ ਲਗਾਇਆ ਹੋਣਾ ਕਿ ਬਦਲਦੇ ਹੋਏ ਲਾਈਫ ਸਟਾਈਲ ਨੇ ਜਿਹੜਾ ਹੈਗਾ ਉਹ ਅੱਜ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਤਣਾਅ ਜਿਹੜਾ ਹੈਗਾ ਉਹ ਵਧਾ ਕੇ ਰੱਖ ਦਿੱਤਾ ਹੈ ਅਤੇ ਤਣਾਅ ਦੇ ਚੱਲਦੇ, ਟੈਨਸ਼ਨ ਦੇ ਚੱਲਦੇ ਫਿਰ ਉਸ ਤੋਂ ਅਗਲਾ ਪੜਾਅ ਜਿਹੜਾ ਹੈਗਾ ਉਹ ਹਾਈਪਰ ਟੈਨਸ਼ਨ ਦਾ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਦਾਖਲ ਹੋ ਜਾਂਦਾ। ਸੋ ਬਚਣਾ ਚਾਹੀਦਾ ਸਟ੍ਰੈਸ ਤੋਂ। ਬਹਰਹਾਲ ਹੈਲਥ ਮੰਤਰਾ ਦੇ ਵਿੱਚ ਡਾਕਟਰ ਆਰਪੀ ਗਾਬਾ ਜੀ ਨਾਲ ਹਾਈਪਰ ਟੈਨਸ਼ਨ ਦੇ ਉੱਤੇ ਹੋਰ ਜਾਣਕਾਰੀ ਲੈਣ ਦਾ ਸਿਲਸਿਲਾ ਅਸੀਂ ਜਾਰੀ ਰੱਖਾਂਗੇ। ਬਹਰਹਾਲ ਵੇੜਾ ਇੱਕ ਛੋਟੇ ਜਿਹੇ ਬ੍ਰੇਕ ਦਾ, ਛੇਤੀ ਹੀ ਵਾਪਸ ਪਰਤ ਰਹੇ ਹਾਂ। ਤੁਸੀਂ ਬਣੇ ਰਹੋ TV ਪੰਜਾਬ ਦੇ ਨਾਲ। ਜੀ, ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਮੁੜ ਤੋਂ ਤੁਹਾਡਾ ਸਵਾਗਤ ਹੈ TV ਪੰਜਾਬ ਤੇ ਇਸ ਪ੍ਰੋਗਰਾਮ ਹੈਲਥ ਮੰਤਰਾ ਵਿੱਚ, ਜਿਸ ਦੇ ਤਹਿਤ ਅੱਜ ਡਾਕਟਰ ਆਰਪੀ ਗਾਬਾ ਜਿਹੜੇ ਹੈਗੇ ਨੇ ਉਹ ਹਾਈਪਰ ਟੈਨਸ਼ਨ ਦੇ ਉੱਤੇ
ਸਾਨੂੰ ਜਾਣਕਾਰੀ ਦੇ ਰਹੇ ਨੇ ਅਤੇ ਸਾਡੇ ਦਰਸ਼ਕਾਂ ਨੂੰ ਜਿਹੜਾ ਹੈਗਾ ਇਸ ਦੇ ਇਲਾਜ ਅਤੇ ਇਸ ਦੇ ਕਾਰਨਾਂ ਬਾਰੇ ਵੀ ਦੱਸ ਰਹੇ ਨੇ। ਬਹਰਹਾਲ ਡਾਕਟਰ ਸਾਹਿਬ, ਅਗਰ ਗੱਲ ਕੀਤੀ ਜਾਵੇ ਹਾਈਪਰਟੈਂਸ਼ਨ ਦੇ ਨਾਲ ਜਿਹੜਾ ਹੈਗਾ ਇਸ ਦੇ ਕੰਪਲੀਕੇਸ਼ਨਸ ਸੀ, ਵੀ ਇਹ ਕਿਸ ਤਰੀਕੇ ਨਾਲ ਜਿਹੜਾ ਹੈਗਾ ਇਨਸਾਨੀ ਜ਼ਿੰਦਗੀ ਤੇ ਪ੍ਰਭਾਵ ਪਾਉਂਦਾ ਹੋਇਆ ਉਸ ਨੂੰ ਜੀ, ਬੇहद ਖਰਾਬ ਕਰ ਸਕਦਾ ਹੈ। ਵੈਰੀ ਨਾਈਸ ਕੁਐਸਚਨ। ਕਿਸੇ ਵੀ ਚੀਜ਼ ਨੂੰ ਅਸੀਂ ਅਗਰ ਟਾਈਮ ਤੇ ਗੌਰ ਨਹੀਂ ਕਰਦੇ, ਉਹ ਆਪਣਾ ਭਿਆਨਕ ਰੂਪ ਧਾਰਨ ਕਰ ਸਕਦੀ ਹੈ। ਬਲੱਡ ਪ੍ਰੈਸ਼ਰ 'ਚ ਅਗਰ ਅਨਟ੍ਰੀਟਡ ਬਲੱਡ ਪ੍ਰੈਸ਼ਰ ਹੈ, ਹਾਈ ਬਲੱਡ ਪ੍ਰੈਸ਼ਰ ਹੈ, ਜਾਂ ਕੋਈ ਪੇਸ਼ੈਂਟ ਲੈਵਲ ਤੋਂ ਜ਼ਿਆਦਾ ਬਲੱਡ ਪ੍ਰੈਸ਼ਰ ਐਗਜ਼ਿਬਿਟ ਕਰਦਾ ਹੈ, ਹਾਈਪਰਟੈਂਸਿਵ ਕ੍ਰਾਈਸਿਸ 'ਚ ਜਾਂਦਾ, ਹਾਈਪਰਟੈਂਸਿਵ ਐਮਰਜੈਂਸੀ ਜਾਂਦਾ, ਹਾਈਪਰਟੈਂਸਿਵ ਅਰਜੈਂਸੀ 'ਚ ਜਾਂਦਾ ਹੈ, ਜਾਂ ਵੀ ਕੈਨ ਸੇ ਕਿ ਇੰਨਾ ਜ਼ਿਆਦਾ ਉਹਦਾ ਬਲੱਡ ਪ੍ਰੈਸ਼ਰ ਹੋ ਜਾਂਦਾ ਹੈ ਜਿਹੜਾ ਕਿ ਇਨਸਾਨ ਦਾ ਆਪਣਾ ਸਿਸਟਮ, ਸਰਕੂਲੇਟਰੀ ਸਿਸਟਮ, ਕਾਰਡੀਓਵੈਸਕੂਲਰ ਸਿਸਟਮ, ਨਰਵਸ ਸਿਸਟਮ, ਰੀਨਲ ਸਿਸਟਮ ਟੋਲਰੇਟ ਨਹੀਂ ਕਰ ਸਕਦੀ, ਤਾਂ ਡੈਫੀਨੇਟਲੀ ਐਂਡ ਆਰਗਨ ਡੈਮੇਜ ਡਿਵੈਲਪ ਹੋ ਜਾਂਦਾ ਹੈ, ਜਿਹਦੇ 'ਚ ਮੋਟਾ ਕਾਰਨ ਹੈ ਕਿ ਸਟ੍ਰੋਕ ਹੋ ਸਕਦਾ ਹੈ। ਸਟ੍ਰੋਕ ਦਾ ਮਤਲਬ ਹੈ ਬ੍ਰੇਨ ਹੈਮਰੇਜ ਹੋ ਸਕਦੀ ਹੈ, ਪੈਰਾਲਾਈਸਿਸ ਹੋ ਸਕਦਾ ਹੈ, ਹੱਥ ਪੈਰ ਚੱਲਣੇ ਬੰਦ ਹੋ ਜਾਂਦੇ ਨੇ, ਜ਼ਿੰਦਗੀ ਬੜੀ ਇੱਕ ਦਇਨੀय ਸਥਿਤੀ 'ਤੇ ਆ ਜਾਂਦੀ ਹੈ। ਦੂਸਰਾ, ਹਾਰਟ ਅਟੈਕ ਹੋ ਸਕਦਾ ਹੈ, ਕੋਰਨਰੀ ਆਰਟਰੀ ਡਿਜ਼ੀਜ਼ ਹੋ ਸਕਦੀ ਹੈ, ਕਰੋਨਿਕ ਕਿਡਨੀ ਡਿਜ਼ੀਜ਼ ਹੋ ਸਕਦੀ ਹੈ। ਇਸ ਤੋਂ ਬਿਨਾ ਬੰਦੇ ਦੀ ਵਿਜ਼ਨ ਜਾ ਸਕਦੀ ਹੈ, ਰੈਟੀਨਾ ਡੈਮੇਜ ਹੋ ਸਕਦਾ ਹੈ, ਪੇਰੀਫਰਲ ਵੈਸਕੂਲਰ ਡਿਜ਼ੀਜ਼ ਹੋ ਸਕਦੀ ਹੈ। ਕੋਈ ਵੀ ਕਿਸੇ ਵੀ ਤਰ੍ਹਾਂ ਦੀ ਕਿਸੇ ਚੀਜ਼ 'ਚ ਜੇ ਪ੍ਰੈਸ਼ਰ ਜ਼ਿਆਦਾ ਹੋ ਜਾਏ ਤੇ ਜਿਵੇਂ ਬੈਲੂਨ ਫਟਦਾ ਹੈਗਾ, ਜਿੱਦਾਂ ਤੁਸੀਂ ਕਈ ਵਾਰ ਦੇਖਿਆ ਹੋਣਾ, ਬਹੁਤ ਜ਼ਿਆਦਾ ਬਲੱਡ ਪ੍ਰੈਸ਼ਰ ਹੁੰਦਾ ਤੇ ਬੰਦੇ ਦੇ ਨੱਕ 'ਚੋਂ ਖੂਨ ਚੱਲਣਾ ਸ਼ੁਰੂ ਹੋ ਜਾਂਦਾ ਹੈ। ਇੱਧਰ ਦੀਆਂ ਕਈ ਐਸੀਆਂ ਡਿਵੈਲਪਮੈਂਟਸ ਹੋ ਜਾਂਦੀਆਂ ਕਿ ਉਹ ਕੰਪਲੀਕੇਸ਼ਨ ਦੇ ਰੂਪ ਦੇ ਵਿੱਚ ਉਹਨਾਂ ਦਾ ਟ੍ਰੀਟਮੈਂਟ ਵੀ ਮੁਸ਼ਕਲ ਹੋ ਜਾਂਦਾ ਹੈ, ਉਹਨਾਂ 'ਚ ਫੈਟੈਲਿਟੀ ਵੀ ਬਹੁਤ ਜ਼ਿਆਦਾ ਹੈ, ਤੇ ਉਹਨਾਂ ਨੂੰ ਠੀਕ ਕਰਨ ਦੇ ਵਿੱਚ ਔਰ ਲਾਈਫ ਲੌਂਗ ਟ੍ਰੀਟਮੈਂਟ ਦੀ ਵੀ ਜ਼ਰੂਰਤ ਪੈ ਜਾਂਦੀ ਹੈ। ਤੇ ਡਾਕਟਰ ਸਾਹਿਬ, ਜੇ ਆਪਾਂ ਗੱਲ ਕਰੀਏ ਇਸ ਨੂੰ ਡਾਇਗਨੋਸ ਕੀਤੇ ਜਾਣ ਦੀ, ਉਹ ਕਿਸ ਤਰੀਕੇ ਨਾਲ ਡਾਕਟਰ ਕਰਦੇ ਨੇ, ਜਾਂ ਕਿਸ ਤਰੀਕੇ ਨਾਲ ਜਿਹੜਾ ਮਰੀਜ਼ ਹਾਈਪਰਟੈਂਸ਼ਨ ਦਾ ਹੈਗਾ ਉਹਨੂੰ ਕਰਵਾਉਣਾ ਚਾਹੀਦਾ? ਵਿਦ ਡਿਊ ਰਿਗਾਰਡਸ, ਆਈ ਅਗੇਨ ਰਿਕੁਐਸਟ ਮਾਈ ਵਿਊਅਰਸ, ਮੇਰੇ ਦਰਸ਼ਕਾਂ ਨੂੰ ਮੇਰੀ ਇਹ ਬੇਨਤੀ ਹੈ, ਲਵ ਯੋਰ ਸੈਲਫ, ਲਵ ਯੋਰ ਹਾਰਟ। ਅਗਰ ਤੁਸੀਂ ਜਿਉਂਦੇ ਹੋ ਤੇ ਤੁਸੀਂ ਪਰਫਾਰਮ ਕਰ ਸਕਦੇ ਹੋ ਜ਼ਿੰਦਗੀ 'ਚ, ਔਰ ਅਗਰ ਤੁਸੀਂ ਤੁਹਾਡੇ ਮਨ 'ਚ ਫਿਰ ਵੀ ਐਸੀ ਸਾਈਕਲੋਸਾਈਡ ਗੱਲ ਚੱਲਦੀ ਹੈ ਕਿ ਗੱਡੀ ਚੱਲੀ ਜਾਏ, ਨਹੀਂ, ਯੂ ਸ਼ੁੱਡ ਲਿਵ ਲੌਂਗ, you should live healthy with better quality of life, and you should live for your children, for your beloved ones, for your families, for your society, for nature, and for country at large, and world for all. Human life is very precious. ਸੋ ਅਵੇਅਰਨੈਸ ਰੱਖਣੀ ਜ਼ਰੂਰੀ ਹੈ ਸਰ। ਨੁਕਤਾ ਹੀ ਅਵੇਅਰਨੈਸ ਦਾ ਹੈ। ਜੇ ਮੈਨੂੰ ਕਿਸੇ ਚੀਜ਼ ਦਾ ਪਤਾ ਹੈ ਤਾਂ ਮੈਂ ਇੰਪਾਵਰਡ ਹਾਂ, ਮੈਨੂੰ ਉਸ ਦੀ ਨੌਲੇਜ ਹੈ ਤਾਂ ਮੈਂ ਉਹਨੂੰ ਕੰਟਰੋਲ ਕਰਾਂਗਾ। ਮੈਨੂੰ ਆਪਣੇ ਦੁਸ਼ਮਣ ਦਾ ਪਤਾ ਹੈ, ਉਹ ਦੁਸ਼ਮਣ ਕਿੱਥੇ ਹੈ, ਕਿਵੇਂ ਹੈ, ਕਿੰਨਾ ਕੁ ਪਾਵਰਫੁਲ ਹੈ, ਔਰ ਉਹਨੂੰ ਮੈਂ ਕਿੱਦਾਂ ਕੰਟਰੋਲ ਕਰਨਾ ਹੈ। ਦੈਟ ਇਜ਼ ਦਾ ਓਨਲੀ ਥਿੰਗ। ਸੋ ਵਨ ਸ਼ੁੱਡ ਬੀ ਅਵੇਅਰ ਆਫ ਇਟ ਕਿ ਉਹਨੂੰ ਕੀ ਪ੍ਰੋਬਲਮ ਹੈ, ਕਿਸ ਲੈਵਲ ਦੀ ਪ੍ਰੋਬਲਮ ਹੈ। ਉਹਨੂੰ ਰੂਟੀਨ 'ਚ ਆਪਣੇ ਡਾਕਟਰ ਕੋਲ ਜਾਣਾ ਚਾਹੀਦਾ, ਡਾਕਟਰ 'ਤੇ ਵਿਸ਼ਵਾਸ ਰੱਖਣਾ ਚਾਹੀਦਾ। ਅਗਰ ਡਾਕਟਰ ਨੂੰ ਕੁਝ ਹਦਾਇਤਾਂ ਦਿੰਦਾ ਹੈ, ਕੁਝ ਪਰਹੇਜ਼ ਦੱਸਦਾ ਹੈ, ਉਹਦੇ ਲਾਈਫ ਸਟਾਈਲ ਦੇ ਹਿਸਾਬ ਨਾਲ ਉਹਨੂੰ ਕਾਉਂਸਲ ਕਰਦਾ ਹੈ, ਉਹਨਾਂ ਨੂੰ ਸੀਰੀਅਸਲੀ ਫੋਲੋ ਕਰਨਾ ਚਾਹੀਦਾ। ਅਲੋਂਗ ਵਿਦ ਦੈਟ, ਬਲੱਡ ਪ੍ਰੈਸ਼ਰ ਘਟਾਉਣ ਲਈ ਜੋ ਟ੍ਰੀਟਮੈਂਟ ਪੈਟਰਨ ਹੈ, ਪਲਾਨ ਜੋ ਹਰ ਇੱਕ ਅਲੱਗ-ਅਲੱਗ ਮਰੀਜ਼ ਦਾ ਅਲੱਗ-ਅਲੱਗ ਹੁੰਦਾ ਹੈ, ਉਹ ਇੰਡੀਵਿਜੂਅਲਾਈਜ਼ ਟ੍ਰੀਟਮੈਂਟ ਹੁੰਦਾ, ਉਹਨੂੰ ਫੋਲੋ ਕਰਨਾ ਚਾਹੀਦਾ। ਇੱਦਾਂ ਨਹੀਂ ਸੋਚਣਾ ਜਿੱਦਾਂ ਲੋਕ ਕਹਿੰਦੇ ਨੇ ਮੈਂ ਤਾਂ ਬਲੱਡ ਪ੍ਰੈਸ਼ਰ ਦੀ ਦਵਾਈ ਤਾਂ ਨਹੀਂ ਖਾਂਦਾ, ਦਵਾਈ ਲੱਗ ਜਾਂਦੀ ਹੈ। ਉਹ ਬਿਮਾਰੀ ਲੱਗੀ ਹੋਈ ਆ ਵੀ, ਬਿਮਾਰੀ ਲੱਗ ਜਾਂਦੀ ਨੂੰ ਠੀਕ ਕਰਨਾ ਹੈ, ਗੋਲੀ ਦੀ ਚਿੰਤਾ ਨਹੀਂ ਕਰਨੀ। ਬਿਲਕੁਲ ਡਾਕਟਰ ਸਾਹਿਬ, ਇਸ ਤਰੀਕੇ ਦੇ ਮਿਥਸ ਵੀ ਜਿਹੜਾ ਹੈਗਾ ਉਹ ਸਾਹਮਣੇ ਆਉਂਦੇ ਨੇ, ਲੇਕਿਨ ਗੱਲ ਇਸ ਦੇ ਟ੍ਰੀਟਮੈਂਟ ਦੀ ਕੀਤੀ ਜਾਵੇ ਤਾਂ ਮੈਡੀਕਲ ਸਾਇੰਸ ਜਿਹੜਾ ਹੈਗਾ ਜਾਂ ਐਜ਼ ਏ ਡਾਕਟਰ ਅੱਜ ਕਿਸ ਤਰੀਕੇ ਦਾ ਟ੍ਰੀਟਮੈਂਟ ਅਵੇਲੇਬਲ ਹੈ, ਅਤੇ ਉਹ ਕੀ ਹਰ ਆਮ ਆਦਮੀ ਦੇ ਪਹੁੰਚ 'ਚ ਹੈਗਾ ਕਿ ਨਹੀਂ ਹੈਗਾ? ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨਾ ਬਹੁਤ ਹੀ ਆਸਾਨ ਹੈ। ਆਪਾਂ ਸ਼ੁਰੂ ਕਰਦੇ ਹਾਂ ਡਾਈਟ ਤੋਂ। ਮੈਕਸਿਮਮ ਨਮਕ 5 ਤੋਂ 6 ਗ੍ਰਾਮ ਤੋਂ ਜ਼ਿਆਦਾ ਕਿਸੇ ਵਿਅਕਤੀ ਨੂੰ ਨਹੀਂ ਲੈਣਾ ਚਾਹੀਦਾ। ਮੈਂ ਅਡਲਟ ਲੈਵਲ ਦੀ ਗੱਲ ਕਰਦਾ। 18 ਸਾਲ ਤੋਂ ਉੱਪਰ ਜੋ ਜੀਵਨ ਹੈ, ਜ਼ਿਆਦਾ ਨਮਕ ਬਲੱਡ ਪ੍ਰੈਸ਼ਰ ਵਧਾਉਂਦਾ। ਅਗਰ ਅਸੀਂ ਨਮਕ ਨੂੰ ਕੰਟਰੋਲ ਕਰਦੇ ਹਾਂ ਤਾਂ 5 ਤੋਂ 7% ਬਲੱਡ ਪ੍ਰੈਸ਼ਰ ਆਪੇ ਘਟ ਜਾਂਦਾ ਹੈ। ਦੂਸਰਾ, ਅਸੀਂ ਡਾਈਟ ਓਵਰ ਈਟਿੰਗ ਨਾ ਕਰੀਏ। ਜਿੰਨਾ ਅਸੀਂ ਓਵਰ ਈਟ ਕਰਦੇ ਹਾਂ, ਜ਼ਿਆਦਾ ਕੈਲੋਰੀਜ਼ ਲੈਂਦੇ ਹਾਂ ਔਰ ਉਹਨਾਂ ਨੂੰ ਬਰਨ ਨਹੀਂ ਕਰਦੇ, ਤੁਹਾਡੇ ਫੈਟ ਦੇ ਰੂਪ 'ਚ, ਤੁਹਾਡੀ ਓਬੈਸਿਟੀ ਦੇ ਰੂਪ 'ਚ ਸਾਹਮਣੇ ਆਉਂਦਾ ਹੈ। ਅਗੇਨ ਇਟ ਇਜ਼ ਅ ਰਿਸਕ ਫੈਕਟਰ, ਔਰ ਤੁਹਾਡਾ ਬਲੱਡ ਪ੍ਰੈਸ਼ਰ ਕੰਟਰੋਲ 'ਚ ਨਹੀਂ ਰਹਿੰਦਾ ਹੈਗਾ। ਤੀਸਰਾ,
ਵੀ ਸ਼ੁੱਡ ਗੋ ਫਾਰ ਗ੍ਰੀਨ ਵੈਜੀਟੇਬਲਸ, ਫਰੂਟਸ, ਨੈਚੁਰਲ ਚੀਜ਼ਾਂ ਖਾਣੀਆਂ ਚਾਹੀਦੀਆਂ, ਨਟਸ ਲੈਣੇ ਚਾਹੀਦੇ ਹੈ, ਔਰ ਫੈਟੀ ਮਟੀਰੀਅਲ, ਰਿਫਾਈਨਡ ਆਇਲਸ, ਇਹ ਚੀਜ਼ਾਂ ਕੁਝ ਐਸੀਆਂ ਚੀਜ਼ਾਂ ਜਿਹੜੀਆਂ ਸਾਨੂੰ ਅਵੋਇਡ ਕਰਨੀਆਂ ਚਾਹੀਦੀਆਂ, ਔਰ ਐਕਸਰਸਾਈਜ਼ ਜ਼ਰੂਰ ਰੂਟੀਨ 'ਚ ਕਰਨੀ ਚਾਹੀਦੀ ਹੈ। 30 ਤੋਂ 40 ਮਿੰਟ ਦੀ ਐਕਸਰਸਾਈਜ਼, ਬ੍ਰਿਸਕ ਵਾਕਿੰਗ ਹੀ ਕਾਫੀ ਹੈ ਅਗਰ ਕਿਸੇ ਨੂੰ ਟਾਈਮ ਨਹੀਂ ਮਿਲਦਾ, ਜਾਂ ਕੁਝ ਐਸਾ ਯਤਨ ਕਰਨਾ ਚਾਹੀਦਾ, ਜਿਵੇਂ ਗੱਡੀ ਲੈ ਕੇ ਮਾਰਕੀਟ ਗਏ ਤਾਂ ਦੂਰ ਖੜੀ ਕਰ ਲਓ, ਵਾਕਿੰਗ ਦੀ ਤੁਸੀਂ ਆਦਤ ਪਾਓ। ਮੈਂ ਦਰਸ਼ਕਾਂ ਨੂੰ ਕਹਿਣਾ, ਮੰਨ ਲਓ ਕਿਸੇ ਹਸਪੀਟਲ ਗਏ ਜਾਂ ਕਿਸੇ ਸ਼ਾਪਿੰਗ ਪਲਾਜ਼ਾ 'ਚ ਗਏ, ਲਿਫਟ ਯੂਜ਼ ਕਰਨ ਦੀ ਲੋੜ ਨਹੀਂ ਹੈ, ਸਟੇਅਰਸ ਯੂਜ਼ ਕਰੋ। ਅਕੈਡਮਿਕਸ ਦੇ ਨਾਲ ਸਪੋਰਟਸ ਐਕਟੀਵਿਟੀਜ਼ ਹਿੱਸਾ ਲਵੋ। ਆਪਾਂ ਦੀ ਜ਼ਿੰਦਗੀ 'ਚੋਂ ਸਪੋਰਟਸ ਜਿੰਨੀਆਂ ਘਟਦੀਆਂ ਜਾ ਰਹੀਆਂ ਹੈ, ਉਨੇ ਹੀ ਅਸੀਂ ਦਿਨ ਪਰ ਦਿਨ ਰਿਸਕ ਫੈਕਟਰ ਨੂੰ ਹੋਰ ਇਕੱਠਾ ਕਰੀ ਜਾ ਰਹੇ ਹਾਂ। ਬਹਰਹਾਲ ਦੋਸਤੋ, ਡਾਕਟਰ ਆਰਪੀ ਗਾਬਾ ਜੀ ਦੀ ਦੱਸੀ ਹੋਈ ਗੱਲ ਦੇ ਰਾਹੀਂ ਤੁਸੀਂ ਅੰਦਾਜ਼ਾ ਹੀ ਲਗਾਇਆ ਹੋਣਾ ਕਿ ਡਾਈਟ ਦਾ ਜਿਹੜਾ ਰੋਲ ਹੈਗਾ ਜ਼ਿੰਦਗੀ ਦੇ ਵਿੱਚ, ਉਹ ਸਭ ਤੋਂ ਵੱਡਾ ਹੈਗਾ, ਤੇ ਉਹਦੇ ਨਾਲ ਜ਼ਰੂਰੀ ਹੈਗੀ ਹੈ ਅੱਜ ਦੇ ਦੌਰ ਵਿੱਚ ਜਿੱਦਾਂ ਦਾ ਲਾਈਫ ਸਟਾਈਲ ਹੈ, ਉਹਦੇ ਲਈ ਕਸਰਤ ਥੋੜੀ ਹੋਵੇ ਜ਼ਿਆਦਾ ਹੋਵੇ, ਲੇਕਿਨ ਹੋਣੀ ਜ਼ਰੂਰ ਚਾਹੀਦੀ ਹੈ ਜ਼ਿੰਦਗੀ ਦੇ ਵਿੱਚ। ਡਾਕਟਰ ਸਾਹਿਬ, ਅਗਰ ਇਹਦੀ ਗੱਲ ਕੀਤੀ ਜਾਵੇ ਹਾਈਪਰਟੈਂਸ਼ਨ ਦੀ, ਤਾਂ ਇਸ ਦਾ ਟ੍ਰੀਟਮੈਂਟ ਮੈਡੀਕਲ ਸਾਇੰਸ ਦੇ ਵਿੱਚ ਕਿਸ ਤਰੀਕੇ ਦਾ ਅਵੇਲੇਬਲ ਹੈਗਾ ਅਤੇ ਕਿੰਨਾ ਕੁ ਕਾਰਗਰ ਹੈ? ਬਲੱਡ ਪ੍ਰੈਸ਼ਰ ਇਨ ਰੂਟੀਨ ਕੰਟਰੋਲੇਬਲ ਚੀਜ਼ ਹੈ। ਕਿਉਰ ਸ਼ਬਦ ਨਹੀਂ ਮੈਂ ਵਰਤ ਰਿਹਾ, ਕੰਟਰੋਲੇਬਲ ਹੈ। ਕਿਉਰ ਉਦੋਂ ਹੋਏਗਾ ਜਦੋਂ ਤੁਸੀਂ ਲਾਈਫ ਸਟਾਈਲ ਨੂੰ ਮੋਡੀਫਾਈ ਕਰ ਲਓਗੇ, ਔਰ ਦਵਾਈਆਂ ਕੋਈ ਬਹੁਤੀਆਂ ਜ਼ਿਆਦਾ ਮਹਿੰਗੀਆਂ ਨਹੀਂ ਆਉਂਦੀਆਂ। ਡਾਕਟਰ ਕੋਲ ਜਾਣਾ, ਅਵੇਅਰਨੈਸ ਰੱਖਣੀ, ਆਪਣੇ BP ਦੀ ਰੀਡਿੰਗ ਨੂੰ ਦੇਖਣਾ ਕਿੰਨੀ ਹੈ, ਔਰ ਫਿਰ ਡਾਕਟਰ ਜਿਹੜਾ ਹੈ, ਹਰ ਡਾਕਟਰ ਚਾਹੇ ਉਹ ਕਾਰਡੀਓਲੋਜਿਸਟ ਹੈ ਜਾਂ ਕੋਈ ਹੋਰ ਸਪੈਸ਼ਲਿਟੀ ਦਾ, ਪਾਰਟਿਕੂਲਰਲੀ ਆਈ ਐਮ ਟਾਕਿੰਗ ਅਬਾਊਟ ਜਨਰਲ ਫਿਜ਼ੀਸ਼ੀਅਨਸ, ਹਰ ਪੇਸ਼ੈਂਟ ਦੀ ਰਿਕੁਆਇਰਮੈਂਟ, ਉਸਦੀ ਏਜ, ਉਸਦੀ ਮੈਂਟਲ ਸਟੇਟਸ, ਉਸਦਾ ਫਾਈਨੈਂਸ਼ੀਅਲ ਸਟੇਟਸ, ਉਸਦੀ ਕਾਰਗੁਜ਼ਾਰੀ, ਉਸਦੇ ਉਹ ਕਿਸ ਤਰ੍ਹਾਂ ਦੀ ਜ਼ਿੰਦਗੀ ਬਤੀਤ ਕਰਦਾ ਹੈ, ਉਹਦੇ ਹਿਸਾਬ ਦੇ ਨਾਲ, ਪਲੱਸ ਉਸ ਨੂੰ ਹੋਰ ਕਿਹੜੀਆਂ ਬਿਮਾਰੀਆਂ, ਜਿਵੇਂ ਕਿ ਸ਼ੂਗਰ ਦੀ ਦਵਾਈ ਲਿਖਾ ਰਿਹਾ ਹੈ, ਜਾਂ ਸ਼ੂਗਰ ਦਾ ਪੇਸ਼ੈਂਟ ਹੈ, ਥਾਇਰਾਇਡ ਦਾ ਪੇਸ਼ੈਂਟ ਹੈ, ਜਾਂ ਕਿਸੇ ਹੋਰ ਪ੍ਰੋਬਲਮ ਤੋਂ ਉਹ ਫੇਸ ਕਰ ਰਿਹਾ ਹੈ, ਤਾਂ ਉਹ ਇੰਡੀਵਿਜੂਅਲਾਈਜ਼ ਕਰਨੀ ਪੈਂਦੀ ਹੈ ਟ੍ਰੀਟਮੈਂਟ। ਐਦਾਂ ਨਹੀਂ ਹੈ ਕਿ ਹਰ ਇੱਕ ਅੱਧੀ ਗੋਲੀ ਹਰ ਇੱਕ ਨੂੰ ਕੰਮ ਆ ਜਾਏਗੀ। ਜੇ ਕਿਸੇ ਨੂੰ ਅਸਥਮਾ ਹੈਗਾ, ਉਹਦੀ ਟ੍ਰੀਟਮੈਂਟ ਅਲੱਗ ਹੈ। ਜੇ ਕਿਸੇ ਨੂੰ ਸ਼ੂਗਰ ਹੈਗੀ ਆ, ਉਹਦੀ ਟ੍ਰੀਟਮੈਂਟ ਅਲੱਗ ਹੈ। ਕਿਸੇ ਨੂੰ ਕਰੋਨਿਕ ਕਿਡਨੀ ਡਿਜ਼ੀਜ਼ ਹੈਗੀ ਆ, ਉਹਦੀ ਟ੍ਰੀਟਮੈਂਟ ਅਲੱਗ ਹੈ। ਯੋਰ ਡਾਕਟਰ ਨੋਜ਼ what to do, when to do, ਤਾਂ ਉਹਦੇ ਹਿਸਾਬ ਨਾਲ ਸਾਡੀ ਡਿਊਟੀ ਬਣਦੀ ਹੈ ਕਿ ਡਾਕਟਰ ਨੂੰ ਅਸੀਂ ਕੌਨਫੀਡੈਂਸ ਦੇ ਵਿੱਚ ਲੈ ਕੇ, ਜਾਂ ਕੌਨਫੀਡੈਂਸ ਉਹਦੇ 'ਤੇ ਟਰਸਟ ਰੱਖ ਕੇ ਆਪਣੀਆਂ ਸਾਰੀਆਂ ਗੱਲਾਂ ਦੱਸੀਏ, ਛੁਪਾਈਏ ਨਾ ਕੁਛ। ਜਵਾਨੀ ਦੇ ਵਿੱਚ ਕੁਛ ਹੋਰ ਦਵਾਈ ਹੁੰਦੀ ਹੈ, ਬੁਢਾਪੇ ਦੇ ਵਿੱਚ ਕੁਛ ਹੋਰ ਦਵਾਈ ਹੁੰਦੀ ਹੈ, ਪ੍ਰੈਗਨੈਂਸੀ ਦੇ ਵਿੱਚ ਦਵਾਈਆਂ ਡਿਫਰ ਕਰ ਜਾਂਦੀਆਂ, ਬੱਚਿਆਂ ਲਈ ਕੁਛ ਹੋਰ ਦਵਾਈਆਂ ਹੁੰਦੀਆਂ। ਅਲਟੀਮੇਟਲੀ ਯੂ ਵਿਲ ਹੈਵ ਟੂ ਕੰਸਲਟ ਯੋਰ ਡਾਕਟਰ। ਲੇਕਿਨ ਮੋਟੀ ਗੱਲ ਇਹ ਹੈ ਕਿ ਅੱਜ ਤੋਂ ਜੋ 30-40 ਸਾਲ ਪਹਿਲਾਂ ਦਵਾਈਆਂ ਸੀ, ਜਿਵੇਂ ਕਿ ਬੀਟਾ ਬਲੋਕਰ ਆਉਂਦੇ ਸੀ, ਐਟੀਨੋਲੋਲ ਆਉਂਦੀ ਸੀ, ਮੈਟੋਪਰੋਲੋਲ, ਇੱਦਾਂ ਦੀ, ਉਸ ਤੋਂ ਬਾਅਦ ਡਾਇਜੂਰੈਟਿਕਸ ਆਉਂਦੇ ਸੀ। ਹੁਣ ਤਾਂ ਬੜੀਆਂ ਨਵੀਆਂ ਦਵਾਈਆਂ, ਜਿਵੇਂ ਏਸ ਇਨਹਿਬਿਟਰ ਹੈ, ARB ਹੈਗੇ ਨੇ, ਔਰ ਹੋਰ ਨਵੀਂ ਕਿਸਮ ਦੀਆਂ ਦਵਾਈਆਂ ਜਿਹੜੀਆਂ ਮਲਟੀ ਮੈਕੈਨਿਜ਼ਮ ਹੈ, ਉਹ ਡਿਫਰੈਂਟ ਹਾਰਟ 'ਤੇ ਕੰਮ ਕਰਦੀਆਂ, ਬਲੱਡ ਵੈਸਲ 'ਤੇ ਕੰਮ ਕਰਦੀਆਂ, ਡਿਫਰੈਂਟ ਤਰ੍ਹਾਂ ਦੇ ਰਿਸੈਪਟਰਸ ਨੂੰ, ਈਵਨ ਕਿਡਨੀ ਦੇ ਆਰਟਰੀਜ਼ 'ਤੇ, ਔਰ ਕਿਡਨੀ 'ਤੇ, ਔਰ ਨਰਵਸ ਸਿਸਟਮ 'ਤੇ ਇਫੈਕਟ ਕਰਦੀਆਂ। ਤਾਂ ਕਈ ਵਾਰ ਡਾਕਟਰ ਇਹ ਦੇਖਦਾ ਹੈ ਕਿ ਇੱਕ ਦਵਾਈ ਨਾਲ ਨਹੀਂ ਕੰਟਰੋਲ ਹੋਇਆ ਤਾਂ ਦੂਸਰੀ ਐਡ ਆਨ ਕਰਨੀ ਪੈਂਦੀ ਹੈ। ਔਰ ਮੋਸਟਲੀ ਕਈ ਵਾਰ ਰੂਟੀਨ ਦੇ ਵਿੱਚ ਜੋ ਟਿਪੀਕਲ ਇੱਕ ਬਲੱਡ ਪ੍ਰੈਸ਼ਰ ਦਾ ਮਰੀਜ਼ ਹੈ, ਉਹਨਾਂ ਨੂੰ ਟ੍ਰਿਪਲ ਡਰੱਗ 'ਤੇ ਵੀ ਪਾਉਣਾ ਪੈਂਦਾ। ਬਟ ਵੀ ਸਟਾਰਟ ਵਿਦ ਦਾ ਲੋਅਰ ਵਨ, ਐਂਡ ਇਟ ਇਜ਼ ਅ ਹਿਟ ਐਂਡ ਟ੍ਰਾਇਲ ਮੈਥਡ, ਆਈ ਕੈਨ ਸੇ ਆਲਸੋ। ਬਟ according to the symptoms, signs, complaints and tolerability and other status and habits of the patient, ਅਸੀਂ ਸ਼ੁਰੂਆਤ ਕਰਦੇ ਹਾਂ, ਪਹਿਲੇ ਡਾਇਜੂਰੈਟਿਕ ਦਿੰਦੇ ਹਾਂ। ਅੱਜ ਕੱਲ੍ਹ ਜੋ ਜ਼ਮਾਨਾ ਹੈ, ਅਸੀਂ ARB ਐਡ ਕਰਦੇ ਹਾਂ, ਏਸ ਇਨਹਿਬਿਟਰ ਐਡ ਕਰਦੇ ਹਾਂ, ਐਂਡ ਵੀ ਕੀਪ ਔਨ ਗੋਇੰਗ, ਐਡਿੰਗ ਦਾ ਟ੍ਰੀਟਮੈਂਟ ਐਜ਼ ਪਰ ਦਾ ਕੰਡੀਸ਼ਨ। ਨਾਲ ਦੀ ਨਾਲ ਮੈਂ ਇਹ ਹਾਈਲਾਈਟ ਕਰਾਂਗਾ ਕਿ ਜਿਸ ਵੀ ਵਿਅਕਤੀ ਨੂੰ ਬਲੱਡ ਪ੍ਰੈਸ਼ਰ ਡਿਟੈਕਟ ਹੁੰਦਾ, ਹਾਈ blood pressure is cause as well as risk factor of heart failure। अल्टीमेटली उस बंदे ने या उस पर्सन ने, उस पेशेंट ने हार्ट फेलियर वाल जाना है। तो हार्ट फेलियर ਨੂੰ ਪ੍ਰੋਲੋਂਗ ਕਰਨਾ, ਪ੍ਰੀਵੈਂਟ ਕਰਨਾ, ਇਹ ਡਾਕਟਰ ਦੀ ਬਹੁਤ ਵੱਡੀ ਜ਼ਿੰਮੇਵਾਰੀ ਹੈ, ਪਰ ਉਸ ਤੋਂ ਜ਼ਿਆਦਾ ਵੱਡੀ ਜ਼ਿੰਮੇਵਾਰੀ ਪੇਸ਼ੈਂਟ ਦੀ ਹੈ। ਸੋ ਇਹ ਦਿਮਾਗ 'ਚ ਰੱਖ ਕੇ ਕਿ ਬਲੱਡ ਪ੍ਰੈਸ਼ਰ ਇੱਕ ਵਾਰ ਹੋਇਆ ਤੇ ਉਹਨੇ ਹਾਰਟ ਫੇਲਿयर ਵੱਲ ਜਾਣਾ ਹੈ, ਹਾਰਟ ਅਟੈਕ ਵੀ ਹੋ ਸਕਦਾ ਹੈ, ਔਰ ਹੋਰ ਐਂਡ ਆਰਗਨ ਡੈਮੇਜ ਹੋ ਸਕਦਾ ਹੈ। ਉਸ ਦੇ ਹਿਸਾਬ ਦੇ ਨਾਲ ਜੋ ਸਪੈਸੀਫਿਸਿਟੀ ਟ੍ਰੀਟਮੈਂਟ ਦੀ, ਔਰ ਪਲਾਨ ਦੀ, ਔਰ ਗਾਈਡੈਂਸ ਦੀ, ਔਰ ਗਾਈਡਲਾਈਨ ਦੀ
ਕੋਈ ਡਾਕਟਰ ਤੁਹਾਨੂੰ ਐਡਵਾਈਸ ਕਰਦਾ ਹੈ ਉਹਨੂੰ ਪਲੀਜ਼ ਫੋਲੋ ਕਰੋ। ਜੀ ਦੋਸਤੋ, ਤੁਸੀਂ ਡਾਕਟਰ ਸਾਹਿਬ ਦੀ ਗੱਲਾਂ ਦੇ ਰਾਹੀਂ ਜਾਣ ਹੀ ਲਿਆ ਹੋਣਾ ਹੈ ਕਿ ਬਿਮਾਰੀ ਨੂੰ ਕਦੇ ਵੀ ਜਿਹੜਾ ਹੈਗਾ ਉਹ ਡਾਕਟਰ ਕੋਲੋਂ ਲੁਕਾਉਣਾ ਨਹੀਂ ਚਾਹੀਦਾ, ਅਤੇ ਨਾ ਹੀ ਜੇ ਆਪਾਂ ਨੂੰ ਕੋਈ ਤਕਲੀਫ ਹੋਵੇ ਜਾਂ ਕਿਸੇ ਤਰੀਕੇ ਦੀ ਬਿਮਾਰੀ ਦਾ ਅਹਿਸਾਸ ਹੋਣ ਲੱਗੇ ਤਾਂ ਡਾਕਟਰ ਕੋਲ ਪਹੁੰਚਣ 'ਚ ਦੇਰ ਵੀ ਨਹੀਂ ਕਰਨੀ ਚਾਹੀਦੀ, ਤਾਂ ਕਿ ਸਾਨੂੰ ਸਹੀ ਇਲਾਜ ਸਹੀ ਸਮੇਂ ਤੇ ਪੂਰੇ ਸਹੀ ਢੰਗ ਨਾਲ ਹਾਸਲ ਹੋ ਸਕੇ। ਬਹਰਹਾਲ ਡਾਕਟਰ ਸਾਹਿਬ, ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ, ਤੁਸੀਂ ਸਾਡੇ ਦਰਸ਼ਕਾਂ ਨੂੰ ਇੰਨੀ ਇੰਪੋਰਟੈਂਟ ਜਾਣਕਾਰੀ ਜਿਹੜੀ ਹੈਗੀ ਆ ਉਹ ਬਲੱਡ ਪ੍ਰੈਸ਼ਰ ਨੂੰ ਲੈ ਕੇ ਦਿੱਤੀ। ਬਹੁਤ ਬਹੁਤ ਤੁਹਾਡਾ ਅਲਟੀਮੇਟਲੀ ਬਹੁਤ ਬਹੁਤ ਸ਼ੁਕਰੀਆ। ਲੇਕਿਨ ਜਾਣ ਲੱਗਿਆ ਇੱਕ ਕੈਰੀਓ ਮੈਸੇਜ ਜ਼ਰੂਰ ਦਿਆਂਗਾ। ਜੀ ਜ਼ਰੂਰ। ਮੇਰੇ ਪਿਆਰੇ ਦਰਸ਼ਕੋ, ਸਰੀਰ ਤੁਹਾਡਾ, ਜਾਨ ਤੁਹਾਡੀ, ਥੋੜੀ ਜ਼ਿੰਮੇਵਾਰੀ ਵੀ ਤੁਹਾਡੀ। ਡਾਕਟਰ ਦਾ ਰੋਲ ਉਦੋਂ ਸ਼ੁਰੂ ਹੁੰਦਾ ਜਦੋਂ ਤੁਸੀਂ ਸਾਨੂੰ ਅਪਰੋਚ ਕਰਦੇ ਹੋ। ਇੰਡੀਆ ਦੇ ਵਿੱਚ ਐਸਾ ਸਿਸਟਮ ਨਹੀਂ ਹੈ ਕਿ ਘਰੋਂ ਬੰਦੇ ਬੁਲਾਏ ਜਾਂਦੇ ਨੇ, ਟਾਈਮ ਟੂ ਟਾਈਮ ਕੰਪਿਊਟਰਾਈਜ਼ ਰਿਕਾਰਡ ਹੈ ਜਿਵੇਂ, ਹਾਲਾਂਕਿ ਗਵਰਨਮੈਂਟ ਐਸਾ ਕਰ ਰਹੀ ਹੈ। ਡਾਕਟਰ ਬਹੁਤ ਇੱਕ ਜ਼ਿੰਮੇਵਾਰ ਵਿਅਕਤੀ ਹੈ, ਲੇਕਿਨ ਉਹ ਜ਼ਿੰਮੇਵਾਰੀ ਨਾਲ ਉਦੋਂ ਹੀ ਤੁਹਾਨੂੰ ਟਰੀਟ ਕਰ ਸਕਦਾ ਹੈ ਜਦੋਂ ਤੁਸੀਂ ਉਹ 'ਤੇ ਟਰਸਟ ਰੱਖ ਕੇ ਇੱਕ ਵਧੀਆ ਰਿਸ਼ਤਾ ਬਣਾ ਕੇ ਤੁਸੀਂ ਉਸ ਨੂੰ ਫੋਲੋ ਕਰਦੇ ਹੋ। ਮੈਂ ਤੁਹਾਨੂੰ ਰਿਕੁਐਸਟ ਕਰਦਾ ਕਿ ਬਲੱਡ ਪ੍ਰੈਸ਼ਰ, ਹਾਈ ਬਲੱਡ ਪ੍ਰੈਸ਼ਰ ਪਲੱਸ ਇਹਦੇ ਬਰਾਬਰ ਦੀਆਂ ਹੋਰ ਵੀ ਜਿੰਨੀਆਂ ਲਾਈਫਸਟਾਈਲ ਡਿਜ਼ੀਜ਼ਸ ਹੈ, ਉਹ ਸਾਰਿਆਂ ਦਾ ਧਿਆਨ ਰੱਖ ਕੇ ਜ਼ਿੰਦਗੀ ਨੂੰ ਇੱਕ ਵਧੀਆ ਇੰਜੋਏਬਲ ਚੀਜ਼, ਵਧੀਆ ਹੈਪੀਨੈਸ ਵਾਲੀ ਇੱਕ ਜ਼ਿੰਦਗੀ ਤੁਸੀਂ ਗੁਜ਼ਾਰੋ ਅਤੇ ਤੁਹਾਡੀ ਸਾਰਿਆਂ ਦੀ ਬੈਟਰ ਕੁਆਲਿਟੀ ਆਫ ਲਾਈਫ ਹੋਵੇ। ਮੀਅਰ ਐਗਜ਼ਿਸਟਿੰਗ ਐਂਡ ਪੁਲਿੰਗ ਔਨ ਐਂਡ ਡੂਇੰਗ ਵਿਦ diseases is not good for any person. May you live long, a healthier life, a better life, supportive life, and wish you all the best with better quality of life. Thank you very much. ਜੀ, ਤੁਹਾਡੀ ਜ਼ਿੰਦਗੀ ਸਿਹਤਮੰਦ ਰਹੇ, ਤੁਸੀਂ ਸਿਹਤਮੰਦ ਰਹਿੰਦੇ ਹੋਏ ਖੁਸ਼ੀਆਂ ਮਾਣੋ, ਕਿਉਂਕਿ ਸਿਆਣੇ ਅਤੇ ਡਾਕਟਰ ਦੋਹੇ ਹੀ ਆਖਦੇ ਨੇ ਕਿ ਸਿਹਤ ਤੋਂ ਵੱਡਾ ਇਨਸਾਨ ਦੇ ਲਈ ਕੋਈ ਵੀ ਧਨ ਨਹੀਂ ਹੁੰਦਾ। ਬਹਰਹਾਲ ਹੈਲਥ ਮੰਤਰਾ ਦਾ ਅੱਜ ਦਾ ਇਹ ਸਫ਼ਰ ਇੱਥੇ ਹੀ ਖਤਮ ਹੁੰਦਾ ਹੈ। ਅਗਲੀ ਵਾਰ ਫੇਰ ਕਿਸੇ ਹੋਰ ਵਿਸ਼ੇਸ਼ੱਗ ਸਪੈਸ਼ਲਿਸਟ ਦੇ ਨਾਲ ਹੈਲਥ ਮੰਤਰਾ ਹਾਜ਼ਰ ਹੋਵੇਗਾ ਅਤੇ ਅਸੀਂ ਜਾਣਾਂਗੇ ਦੂਸਰੀਆਂ ਹੋਰ ਬਿਮਾਰੀਆਂ ਦੇ ਬਾਰੇ, ਜਿਨ੍ਹਾਂ ਦਾ ਕੀ ਹੈ ਸਹੀ ਇਲਾਜ ਅਤੇ ਉਹਨਾਂ ਤੋਂ ਕਿੱਦਾਂ ਬਚਿਆ ਜਾ ਸਕਦਾ ਹੈ। ਬਹਰਹਾਲ ਮੈਨੂੰ ਯਾਨੀ ਗਗਨਦੀਪ ਨਾਰੰਗ ਨੂੰ ਦਿਓ ਇਜਾਜ਼ਤ, ਅਤੇ ਤੁਸੀਂ ਦੇਖਦੇ ਰਹੋ ਟੀਵੀ ਪੰਜਾਬ।